ਸ਼੍ਰੀ ਅਕਾਲ। ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ। ਮੈਂ ਤੁਹਾਡੇ ਸਾਹਮਣੇ ਕੰਟਰੋਲ ਰੂਮ ਵੱਲੋਂ ਦਿੱਤੀ ਜਾਣ ਵਾਲੀ ਮੀਡੀਆ ਜਾਣਕਾਰੀ ਦਾ ਬੁਲੇਟਿਨ ਸਾਂਝੇ ਕਰਨ ਲਈ ਹਾਜ਼ਰ ਹੋਇਆ। ਅੱਜ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ 30ਵਾਂ ਦਿਨ ਹੈ। ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ ਲਗਭਗ 25 ਲੱਖ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ 1,71,334 ਮੌਤਾਂ ਦਾ ਕਾਰਨ ਬਣਿਆ ਹੈ। ਭਾਰਤ ਵਿੱਚ ਇਸ ਨੇ 18,658 ਲੋਕਾਂ ਨੂੰ ਸੰਕਰਮਿਤ ਕੀਤਾ ਹੈ, ਜਿਸ ਵਿੱਚ 592 ਮੌਤਾਂ ਸ਼ਾਮਿਲ ਹਨ। ਮੌਜੂਦਾ ਹਾਲਤ ਦੀ ਸੰਜੀਦਗੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੇ ਤਹਿਤ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਾਰੇ ਹਸਪਤਾਲ ਅਤੇ ਮੈਡੀਕਲ ਕਾਲਜਸ ਵਿੱਚ ਜ਼ਰੂਰੀ ਸਟਾਫ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਨੂੰ ਇਹ ਵੀ ਅਧਿਕਾਰ ਦਿੱਤਾ ਹੈ ਕਿ ਉਹ ਲੋੜ ਅਨੁਸਾਰ ਕਿਸੇ ਵੀ ਸਰਕਾਰੀ ਵਿਭਾਗ ਜਾਂ ਕਿਸੇ ਹੋਰ ਅਦਾਰੇ ਤੋਂ ਜ਼ਰੂਰੀ ਸਟਾਫ ਦੀ ਮੰਗ ਕਰ ਸਕਦੇ ਹਨ। ਸਰਕਾਰ ਵੱਲੋਂ ਦੂਜੇ ਵਿਭਾਗਾਂ ਨੂੰ ਵੀ ਹਿਦਾਇਤ ਕੀਤੀ ਗਈਆਂ ਹਨ ਕਿ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਦੀ ਅਜਿਹੀ ਮੰਗ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਪੰਜਾਬ ਸਰਕਾਰ ਸਾਰੇ ਨਾਗਰਿਕਾਂ ਨੂੰ ਕੋਵਾ ਮੋਬਾਈਲ ਐਪ ਦੀ ਵੱਡੀ ਗਿਣਤੀ ਵਿੱਚ ਵਰਤੋਂ ਕਰਨ ਲਈ ਬੇਨਤੀ ਕਰਦੀ ਹੈ, ਕਿਉਂਕਿ ਕੋਵਾ ਐਪ ਵਿੱਚ ਇੱਕ ਵਿਲੱਖਣ ਵਿਸ਼ੇਸ਼ਤਾ ਹੈ ਜੋ ਪੰਜਾਬ ਦੇ ਲੋਕਾਂ ਨੂੰ ਕੋਵਿਡ ਦੇ ਅਗੇਂਸਟ ਸੁਰੱਖਿਅਤ ਰੱਖਣ 'ਚ ਮਦਦ ਕਰੇਗੀ। ਐਪ ਉਹਨਾਂ ਨੂੰ ਨੇੜਲੇ ਕੋਵਿਡ-19 ਪੋਜ਼ਿਟਿਵ ਵਿਅਕਤੀ ਤੋਂ ਉਹਨਾਂ ਤੋਂ ਦੂਰੀ ਬਾਰੇ ਦੱਸ ਸਕਦੀ ਹੈ ਅਤੇ ਜੇ ਕੋਈ ਕੁਆਰੰਟਾਈਨ ਮਰੀਜ਼ ਜਾਂ ਸਸਪੈਕਟਡ ਕੇਸ ਆਪਣੇ ਇਕਾਂਤਮਾ ਸਥਾਨ ਤੋਂ 100 ਮੀਟਰ ਤੋਂ ਵੱਧ ਦੂਰੀ ਤੇ ਜਾਂਦਾ ਹੈ ਤਾਂ ਉਸ ਦੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੱਸ ਸਕਦੀ ਹੈ। ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲਿਆਂ ਦੇ ਨਮੂਨਿਆਂ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧ ਵਿੱਚ ਰਾਜ ਨੇ ਟੈਸਟ ਲਈ 7,355 ਨਮੂਨੇ ਭੇਜੇ ਹਨ, ਜਿਨ੍ਹਾਂ ਵਿੱਚੋਂ 6,769 ਨਮੂਨਿਆਂ ਦੀ ਜਾਂਚ ਨੈਗੇਟਿਵ ਪਾਈ ਗਈ। ਹਾਲਾਂਕਿ ਹੁਣ ਤੱਕ ਕੁੱਲ 251 ਨਮੂਨੇ ਪੋਜ਼ਿਟਿਵ ਪਾਏ ਗਏ। ਕੱਲ ਤੱਕ ਇਹ ਆંકੜਾ 245 ਸੀ। ਬਦਕਿਸਮਤੀ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਅੱਜ ਕੋਈ ਨਵਾਂ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ। ਲੋਕਾਂ ਨੂੰ ਕੋਵਿਡ-19 ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣ ਲਈ ਇੱਕ ਵਿਲੱਖਣ ਪਹਿਲਕਦਮੀ ਕਰਦੇ ਹੋਏ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇੱਕ WhatsApp ਚੈਟਬੋਟ ਲਾਂਚ ਕੀਤਾ ਹੈ। ਇਸ ਬੋਟ ਨੂੰ ਪ੍ਰਯੋਗ ਲੈਣ ਲਈ ਯੂਜ਼ ਕਰਨ ਲਈ ਤੁਸੀਂ ਹੈਲਪਲਾਈਨ ਨੰਬਰ 73801 ਨੂੰ ਆਪਣੇ ਮੋਬਾਈਲ 'ਚ ਸੇਵ ਕਰ ਸਕਦੇ ਹੋ ਅਤੇ WhatsApp ਤੇ ਜਾ ਕੇ ਇਹਨੂੰ ਕੋਈ ਵੀ ਹਾਈ ਜਾਂ ਸਤਿ ਸ਼੍ਰੀ ਅਕਾਲ ਵਰਗਾ ਸੁਨੇਹਾ ਭੇਜ ਸਕਦੇ ਹੋ। ਇਸ ਸੁਨੇਹੇ ਦੇ ਬਾਅਦ ਇਹ ਆਪ ਜੀ ਨੂੰ WhatsApp ਤੇ ਹੀ ਸਾਰੀ ਜਾਣਕਾਰੀ, ਜਿਵੇਂ ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ, ਜ਼ਰੂਰੀ ਸੇਵਾ ਦੀ ਉਪਲਬਧਤਾ ਦੇ ਬਾਰੇ ਜਾਣਕਾਰੀ ਅਤੇ ਸੰਕਟਕਾਲੀਨ ਹੈਲਪਲਾਈਨਾਂ ਦੇ ਬਾਰੇ ਜਾਣਕਾਰੀ WhatsApp ਤੇ ਹੀ ਮੁਹੱਈਆ ਕਰਵਾਊਗਾ। ਹੁਣ ਅੱਜ ਤੋਂ ਅਸੀਂ ਇੱਕ ਨਇਆ ਸਿਲਸਿਲਾ ਸ਼ੁਰੂ ਕਰਾਂਗੇ, ਜਿਸ ਦੇ ਤਹਿਤ ਇੱਕ ਜਾਂ ਦੋ ਅਜਿਹੇ ਸਵਾਲਾਂ ਨੂੰ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕਾਂ ਵੱਲੋਂ ਬਾਰ-ਬਾਰ ਪੁੱਛੇ ਜਾ ਰਹੇ ਹਨ। ਜਿਵੇਂ ਅੱਜ ਸਾਨੂੰ ਪਤਾ ਲੱਗਿਆ ਹੈ, ਕਈ ਸਵਾਲਾਂ ਨੂੰ ਜਦੋਂ ਅਸੀਂ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਕਿ ਇੱਕ ਸਵਾਲ ਬੜਾ ਲੋਕ ਪੁੱਛ ਰਹੇ ਨੇ ਕਿ ਜੇ ਕੋਰੋਨਾ ਵਾਇਰਸ ਦੇ ਚੱਲਦੇ ਉਹਨਾਂ ਨੂੰ ਦਫ਼ਤਰ ਜਾਣ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਮੈਂ ਸਪਸ਼ਟ ਕਰਦਾ ਹਾਂ ਕਿ ਸਮੇਂ-ਸਮੇਂ ਸਰਕਾਰੀ ਹਦਾਇਤਾਂ ਦੇ ਅਨੁਸਾਰ ਜੇ ਸਟਾਫ ਨੂੰ ਦਫ਼ਤਰ ਜਾਣਾ ਪੈਂਦਾ ਹੈ ਤਾਂ ਉਹਨਾਂ ਲੋਕਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਜਿਵੇਂ ਸਭ ਤੋਂ ਪਹਿਲੇ ਉਹਨਾਂ ਨੂੰ ਇਹ ਧਿਆਨ ਰੱਖਣਾ ਹੈ ਕਿ ਦਫ਼ਤਰ ਵਿਖੇ ਉਹਨਾਂ ਨੂੰ ਸਮਾਜਿਕ ਦੂਰੀ ਯਾਨੀ ਸੋਸ਼ਲ ਡਿਸਟੈਂਸ ਬਣਾ ਕੇ ਰੱਖਣੀ ਹੈ। ਇਹ ਘੱਟੋ ਘੱਟ 1 ਮੀਟਰ ਹੋਣੀ ਚਾਹੀਦੀ। ਉਹਨਾਂ ਦੇ ਆਉਣ ਦੇ ਸਮੇਂ, ਉਹਨਾਂ ਦਾ ਲੰਚ ਦਾ ਸਮੇਂ ਜਾਂ ਟੀ ਬ੍ਰੇਕ ਦੇ ਸਮੇਂ ਉਹਨਾਂ ਨੂੰ ਧਿਆਨ ਰੱਖਣਾ ਹੈ ਕਿ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ। ਕੋਸ਼ਿਸ਼ ਕੀਤੀ ਜਾਵੇ ਕਿ ਜੇ ਲੰਚ ਦਾ ਸਮਾਂ ਜਾਂ ਆਉਣ ਜਾਣ ਦਾ ਔਰ ਚਾਹ ਦਾ ਜਿਹੜਾ ਬ੍ਰੇਕ ਹੁੰਦਾ ਉਹਦਾ ਸਮਾਂ ਜੇ ਵੱਖਰਾ ਕੀਤਾ ਜਾ ਸਕੇ ਤਾਂ ਹੋਰ ਵੀ ਵਧੀਆ ਹੋਗਾ। ਜ਼ਰੂਰ ਧਿਆਨ ਰੱਖਣਾ ਉਹਨਾਂ ਨੇ ਕਿ ਦਫ਼ਤਰ 'ਚ ਹੈਂਡਸ਼ੇਕ, ਹੱਥ ਮਿਲਾਉਣ ਤੋਂ ਪਰਹੇਜ਼ ਕੀਤਾ ਜਾਵੇ। ਦਫ਼ਤਰ ਵਿੱਚ ਇੱਧਰ ਉੱਧਰ ਘੁੰਮਣ ਤੋਂ ਵੀ ਪਰਹੇਜ਼ ਕੀਤਾ ਜਾਵੇ ਅਤੇ ਇੱਕ ਦੂਜੇ ਨਾਲ ਗੱਲ ਕਰਨੀ ਹੈ ਤਾਂ ਲੋਕਲ ਇੰਟਰਕੌਮ ਜਾਂ ਫੋਨ ਦਾ ਇਸਤੇਮਾਲ ਕੀਤਾ ਜਾਵੇ। ਘਰ ਤੋਂ ਨਿਕਲਦੇ ਵੇਲੇ ਹੀ ਮਾਸਕ ਦਾ ਇਸਤੇਮਾਲ ਕੀਤਾ ਜਾਵੇ। ਮਾਸਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜਿਹੜਾ ਤੁਹਾਡਾ ਨੱਕ ਅਤੇ ਮੂੰਹ ਪੂਰਾ ਕਵਰ ਕਰੇ। ਇਹ ਮਾਸਕ ਪੂਰੇ ਸਮੇਂ ਤੁਸੀਂ ਪਹਿਨ ਕੇ ਰੱਖਣਾ ਹੈ ਅਤੇ ਘਰ ਤੋਂ ਆਉਣ ਤੋਂ ਬਾਅਦ ਹੀ ਇਹਨੂੰ ਉਤਾਰਨਾ ਹੈ। ਇਹ ਵੀ ਇੰਸ਼ੋਰ ਕਰਨਾ ਹੈ, ਸਾਰੇ ਜਿੰਨੇ ਵੀ ਦਫ਼ਤਰ ਹੈ ਉਹਨਾਂ ਨੂੰ ਰਿਕੁਐਸਟ ਕੀਤੀ ਜਾਂਦੀ ਕਿ ਉਹਨਾਂ ਨੇ ਇਹ ਵੀ ਇੰਸ਼ੋਰ ਕਰਨਾ ਹੈ ਕਿ ਜੇ ਗੇਟ ਤੇ ਉਹ ਇੱਕ ਥਰਮਲ ਸਕੈਨਰ ਲਗਾ ਸਕੇ ਤਾਂ ਕਿ ਜੇ ਕੋਈ ਬੰਦੇ ਨੂੰ ਬੁਖਾਰ ਹੈ ਤਾਂ ਉਹਦੀ ਜਾਣਕਾਰੀ ਉਹਨਾਂ ਨੂੰ ਦਫ਼ਤਰ ਵਾਲਿਆਂ ਨੂੰ ਹੋ ਸਕੇ। ਇਸ ਤੋਂ ਇਲਾਵਾ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੇ ਕਿਸੇ ਬੰਦੇ ਨੂੰ ਬੁਖਾਰ ਜਾਂ ਕੋਈ ਹੋਰ ਕੋਰੋਨਾ ਦਾ ਲੱਛਣ ਜਿਵੇਂ ਖੰਘ ਇਤਿਆਦਿ ਹੋਏ ਤਾਂ ਉਹ ਆਪਣੇ ਨਜ਼ਦੀਕੀ ਹਸਪਤਾਲ ਜਾ ਸਕਦਾ ਹੈ। ਹਾਲਾਂਕਿ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਹਰ ਬੁਖਾਰ ਦਾ ਮਤਲਬ ਕੋਰੋਨਾ ਹੋਣਾ ਨਹੀਂ ਹੈ। ਜੇ ਤੁਹਾਨੂੰ ਬੁਖਾਰ ਜ਼ਿਆਦਾ ਹੈ ਇਹਦਾ ਕਾਰਨ ਕੁਝ ਹੋਰ ਵੀ ਹੋ ਸਕਦਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਸੀਂ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ ਅਤੇ ਉਹਨਾਂ ਦੇ ਦੁਆਰਾ ਦਿੱਤੀ ਗਈ ਹਦਾਇਤਾਂ ਦਾ ਤੁਸੀਂ ਪਾਲਣ ਕਰੋ। ਮੌਕੇ 'ਤੇ ਸਾਰੇ ਦਫ਼ਤਰਾਂ ਨੂੰ ਇਹ ਵੀ ਰਿਕੁਐਸਟ ਕੀਤੀ ਜਾਂਦੀ ਹੈ ਕਿ ਉਹ ਹੈਂਡ ਸੈਨੀਟਾਈਜ਼ਰ ਦਾ ਜ਼ਰੂਰ ਉੱਥੇ ਉਪਲਬਧਤਾ ਰੱਖਣ। ਇਹ ਧਿਆਨ ਰੱਖਣਾ ਹੈ ਕਿ ਜਿਹੜਾ ਹੈਂਡ ਸੈਨੀਟਾਈਜ਼ਰ ਹੈ
ਇਹ ਘੱਟੋ ਘੱਟ 70% ਇਥਾਈਲ ਐਲਕੋਹਲ ਵਾਲਾ ਹੋਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਨੀਚੇ ਦੇ ਐਲਕੋਹਲ ਕੰਟੈਂਟ ਵਾਲੇ ਜਿਹੜੇ ਸੈਨੀਟਾਈਜ਼ਰ ਹੈ ਉਹਨਾਂ ਦੇ ਨਾਲ ਜਿਹੜਾ ਇਹ ਵਾਇਰਸ ਹੈ ਉਹਦਾ ਖਾਤਮਾ ਕਰਨਾ ਮੁਸ਼ਕਿਲ ਹੁੰਦਾ ਹੈ। ਫਿਰ ਵੀ ਹੱਥ ਧੋਣ, ਸਾਬਣ ਨਾਲ ਹੱਥ ਧੋਣ ਤੋਂ ਵਧੀਆ ਕੁਝ ਨਹੀਂ ਹੈ। ਥੋੜੀ ਦੇਰ ਬਾਅਦ ਜਦੋਂ ਵੀ ਮੌਕਾ ਮਿਲੇ ਆਪਣੇ ਸਾਬਣ ਨਾਲ ਹੱਥ ਧੋਂਦੇ ਰਹਿਣੇ ਚਾਹੀਦੇ ਨੇ, ਪਰ ਇਹ ਜ਼ਰੂਰ ਧਿਆਨ ਰੱਖਿਆ ਜਾਏ ਕਿ ਜਿਹੜਾ ਹੱਥ ਧੋਣਾ ਹੈ ਇਹ ਘੱਟੋ ਘੱਟ 40 ਸੈਕਿੰਡ ਤੱਕ ਦਾ ਹੋਣਾ ਚਾਹੀਦਾ ਹੈ, ਤਾਂ ਕਿ ਜਿਹੜਾ ਵਾਇਰਸ ਹੈ ਉਹਦਾ ਪੂਰੀ ਤਰੀਕੇ ਨਾਲ ਖਾਤਮਾ ਕੀਤਾ ਜਾ ਸਕੇ। ਹੁਣ ਉਹ ਦਫ਼ਤਰ ਜਿੱਥੇ ਲਿਫਟ ਦਾ ਪ੍ਰਯੋਗ ਕੀਤਾ ਜਾਂਦਾ ਹੈ ਉੱਥੇ ਖਾਸ ਧਿਆਨ ਰੱਖਿਆ ਜਾਏ ਕਿ ਸਾਰੇ ਜਿਹੜੇ ਲੈਵਲਸ हैं, ਜਿਹੜੇ ਫਲੋਰਸ हैं ਉੱਥੇ ਸੈਨੀਟਾਈਜ਼ਰ ਰੱਖਿਆ ਜਾ ਸਕਦਾ ਹੈ, ਔਰ ਜੇ ਜ਼ਿਆਦਾ ਫਲੋਰਸ हैं ਤਾਂ ਲਿਫਟ ਦੇ ਵਿੱਚ ਸੈਨੀਟਾਈਜ਼ਰ ਰੱਖਿਆ ਜਾ ਸਕਦਾ ਹੈ। ਅਤੇ ਲੋਕਾਂ ਨੂੰ ਜਿਨ੍ਹਾਂ ਨੇ ਲਿਫਟ ਯੂਜ਼ ਕਰਨੀ ਹੈ ਸਾਰਿਆਂ ਨੂੰ ਰਿਕਵੈਸਟ ਕੀਤੀ ਜਾਂਦੀ ਹੈ ਕਿ ਲਿਫਟ ਦੇ ਕਿਸੇ ਬਟਨ ਜਾਂ ਹੋਰ ਕਿਸੇ ਥਾਂ ਨੂੰ ਛੂਹਣ ਤੋਂ ਤੁਰੰਤ ਬਾਅਦ ਸੈਨੀਟਾਈਜ਼ਰ ਨਾਲ ਆਪਣੇ ਹੱਥਾਂ ਨੂੰ ਸਾਫ਼ ਰੱਖਿਆ ਜਾਵੇ, ਤਾਂ ਕਿ ਉੱਥੋਂ ਦਾ ਕੋਈ ਵੀ ਸੰਕਰਮਣ ਉਹਨਾਂ ਦੇ ਨਾਲ ਉਹਨਾਂ ਦੇ ਘਰ ਪਰਿਵਾਰ ਨੂੰ ਇਫੈਕਟ ਨਾ ਕਰ ਸਕਣ। ਇਸ ਤੋਂ ਬਾਅਦ ਅਸੀਂ ਅੰਤ 'ਚ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੇ ਨੇ ਕਿ ਇਹ ਜਿਹੜੀ ਤੁਸੀਂ ਸਾਡਾ ਸਹਿਯੋਗ ਦੇ ਰਹੇ ਹੋ, ਸਾਡੀ ਜਿਹੜੀ ਇਹ ਕਰੋਨਾ ਦੇ ਖਿਲਾਫ ਜੰਗ ਵਿੱਚ ਮੁਹਿੰਮ ਵਿੱਚ ਆਪ ਜੀ ਦਾ ਸਾਰਿਆਂ ਦਾ ਸਾਨੂੰ ਜਿਹੜਾ ਸਹਿਯੋਗ ਮਿਲ ਰਿਹਾ ਹੈ ਉਹਦੇ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਸਮਾਜਿਕ ਦੂਰੀ ਹੈ ਉਹ ਜ਼ਰੂਰ ਬਣਾਏ ਰੱਖੋ ਅਤੇ ਆਪਣੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ। ਅੰਤ ਵਿੱਚ ਅਸੀਂ ਆਪ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਘਰ ਰਹੋ, ਸੁਰੱਖਿਅਤ ਰਹੋ ਅਤੇ ਸਵਸਥ ਰਹੋ। ਧੰਨਵਾਦ।